ਦੱਸਦੇ हैं ਜਿਹੜੀ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਨਾਲ ਜੁੜੀ ਹੋਈ ਸਾਬਕਾ ਮੰਤਰੀ ਦਾ ਭਤੀਜਾ ਮੁੜ ਰਿਮਾਂਡ ਤੇ ਲਿਆ ਗਿਆ ਹੈ। ਦਲਜੀਤ ਗਿਲਜੀਆਂ ਨੂੰ ਜਿਹੜਾ ਹੈਗਾ ਫਿਰ ਪੁਲਿਸ ਰਿਮਾਂਡ ਤੇ ਲਿਆ ਗਿਆ ਹੈ। ਸਾਬਕਾ ਮੰਤਰੀ ਦਾ ਭਤੀਜਾ ਹੈਗਾ ਦਲਜੀਤ ਸਿੰਘ ਗਿਲਜੀਆਂ, ਜਿਸ ਨੂੰ ਇੱਕ ਵਾਰ ਫਿਰ ਰਿਮਾਂਡ ਤੇ ਲਿਆ ਗਿਆ ਹੈ ਔਰ ਦਲਜੀਤ ਗਿਲਜੀਆਂ ਨੂੰ ਇੱਕ ਵਾਰ ਫਿਰ ਤੋਂ ਮੋਹਾਲੀ ਕੋਰਟ ਨੇ 4 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਹੈ। ਤੁਹਾਨੂੰ ਦੱਸਦੀਏ ਸੰਗਤ ਗਿਲਜੀਆਂ ਤੇ ਕਰਪਸ਼ਨ ਮਾਮਲੇ ਦੇ ਵਿੱਚ ਇਲਜ਼ਾਮ ਨੇ। ਤੀਜੀ ਬਿਗ ਬ੍ਰੇਕਿੰਗ ਜਿਹੜਾ ਹੈਗਾ ਤੁਹਾਨੂੰ ਦੱਸ ਰਹੇ ਹਾਂ 2 ਵਜੇ ਦੀ ਤੀਜੀ ਬਿਗ ਬ੍ਰੇਕਿੰਗ करप्शन मामले ਦੇ ਵਿੱਚ ਦਲਜੀਤ ਗਿਲਜੀਆਂ ਦੀ ਗ੍ਰਿਫਤਾਰੀ ਹੋਈ ਹੈ। ਜੰਗਲਾਤ ਘੁਟਾਲੇ ਨੂੰ ਲੈ ਕੇ ਪੁੱਛਗਿੱਛ ਹੋ ਰਹੀ ਹੈ ਤੇ ਵਿਜੀਲੈਂਸ ਨੂੰ ਦਲਜੀਤ ਤੋਂ ਕਈ ਵੱਡੇ ਖੁਲਾਸੇ ਜਿਹੜੇ ਹੈਗੇ ਵਿਜੀਲੈਂਸ ਦੇ ਸਾਹਮਣੇ ਦਲਜੀਤ ਨੇ ਕੀਤੇ ਨੇ ਔਰ ਅੱਗੇ ਵੀ ਪੁੱਛਗਿੱਛ ਜਿਹੜੀ ਹੈਗੀ ਉਹ ਲਗਾਤਾਰ ਜਾਰੀ ਹੈ ਔਰ ਇਸ ਪੁੱਛਗਿੱਛ ਦੌਰਾਨ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇਸ ਕਰਕੇ ਰਿਮਾਂਡ ਜਿਹੜਾ ਹੈਗਾ ਉਹ ਵਧਾਉਣ ਦੀ ਮੰਗ ਜਿਹੜਾ ਹੈਗਾ ਉਹ ਕੀਤੀ ਗਈ ਸੀਗੀ ਔਰ ਇੱਕ ਵਾਰ ਫਿਰ ਦਲਜੀਤ ਗਿਲਜੀਆਂ ਨੂੰ ਜਿਹੜਾ ਹੈਗਾ 4 ਦਿਨਾਂ ਦੇ ਰਿਮਾਂਡ ਤੇ ਮੋਹਾਲੀ ਦੀ ਕੋਰਟ ਨੇ ਭੇਜ ਦਿੱਤਾ ਹੈ। ਮੋਹਾਲੀ ਕੋਰਟ 'ਚ ਦਲਜੀਤ ਗਿਲਜੀਆਂ ਨੂੰ ਅੱਜ ਪੇਸ਼ ਕੀਤਾ ਗਿਆ। 1 ਹਫ਼ਤੇ ਦਾ ਜਿਹੜਾ ਰਿਮਾਂਡ ਹੈ ਉਹ ਮੰਗਿਆ ਸੀਗਾ ਤੇ ਹੁਣ 4 ਦਿਨ ਦਾ ਜਿਹੜਾ ਰਿਮਾਂਡ ਹੈ। ਭਾਜੀ ਕੁਝ ਕਹੋਗੇ ਦਲਜੀਤ ਭਾਜੀ? ਮੈਂ ਤੇ ਫਿਰ ਕਹਿ ਰਿਹਾ ਤੁਹਾਨੂੰ ਪੋਲੀਟੀਕਲ ਵੈਂਡੇਟਾ ਨਥਿੰਗ ਐਲਸ। ਤੁਹਾਨੂੰ ਜਲਦੀ ਬਹੁਤ ਕੁਝ ਪਤਾ ਲੱਗੂਗਾ। ਜਿਹੜੀ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਹੋਰ ਵੀ ਅਰੈਸਟ ਕੀਤਾ ਬਿੰਦਰ, ਕੋਈ ਪਤਾ ਨਹੀਂ ਯਾਰ ਮੇਰੇ ਨਾਲ ਕਿਸੇ ਦਾ ਕੀ ਕੰਸਰਨ ਹੈ। ਅੱਛਾ, ਮੈਂ ਉਹਦੇ ਬਾਰੇ ਕੀ ਕਹਿ ਸਕਦਾ, ਕੀ ਸਟੋਰੀਜ਼ ਬਣ ਰਹੀਆਂ ਨੇ। ਵਿਜੀਲੈਂਸ ਕਹਿ ਰਹੀ ਹੈ ਕਿ ਗੱਡੀ 'ਚ ਵੀ ਕਾਫੀ ਚੀਜ਼ਾਂ ਬਰਾਮਦ ਹੋਈ ਹੈ। ਯਾਰ ਉਹ ਤਾਂ ਤੁਹਾਡੇ ਸਾਹਮਣੇ ਆ ਹੀ ਜਾਣਾ। ਅੱਛਾ ਚਲੋ ਮੈਂ ਇਸ ਤੋਂ ਵੱਧ ਨਹੀਂ ਕਹਿੰਦਾ। ਪੋਲੀਟੀਕਲ ਵੈਂਡੇਟਾ ਥੋੜੇ ਟਾਈਮ ਵੇਟ ਕਰੋ, ਸਾਰਾ ਕੁਝ ਸੱਚ ਬਾਹਰ ਆ ਜਾਣਾ। ਅੱਛਾ, ਤੇ ਸਰ ਵਿਜੀਲੈਂਸ ਹੋਰ ਵੀ ਕਹਿ ਰਹੀ ਹੈ ਕਿ ਕਈ ਪ੍ਰੂਫਸ ਨੇ ਉਹਨਾਂ ਕੋਲ। ਮੈਂ ਨਹੀਂ ਕੁਝ ਕਹਿਣਾ ਚਾਹੁੰਦਾ, ਇਹ ਤਾਂ ਕੋਰਟ ਦਾ ਮਸਲਾ ਹੈ। ਕੋਰਟ 'ਚ ਆਪਾਂ ਗੱਲ ਕਰਾਂਗੇ। ਤੁਸੀਂ ਆਪਣੀ ਗੱਲ ਤਾਂ ਰੱਖੋਗੇ ਨਾ ਭਾਜੀ? ਮੈਂ ਉਹੀ ਕਹਿ ਰਿਹਾ, ਕੋਰਟ 'ਚ ਮਸਲਾ ਹੈ, ਕੋਰਟ 'ਚ ਰੱਖਾਂਗਾ। ਠੀਕ ਹੈ, ਠੀਕ ਹੈ ਜੀ। ਇਹ ਪੋਲੀਟੀਕਲ ਵੈਂਡੇਟਾ ਤੁਹਾਨੂੰ ਬਹੁਤ ਜਲਦੀ ਕਲੀਅਰ ਹੋ ਜਾਣਾ। ਠੀਕ ਹੈ ਭਾਜੀ, ਠੀਕ ਹੈ। ਤੇ ਬਿਲਕੁਲ ਦਲਜੀਤ ਗਿਲਜੀਆ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੋਲੀਟੀਕਲੀ ਵੈਂਡੇਟਾ 4 ਦਿਨ ਦਾ ਜਿਹੜਾ ਰਿਮਾਂਡ ਮੰਗਿਆ ਸੀਗਾ ਇਹਦੇ ਵਿੱਚ ਹੁਣ ਹਾਲਾਂਕਿ ਇਹ ਕਹਿੰਦੇ ਨਜ਼ਰ ਆ ਰਹੇ ਕਿ ਕਈ ਚੀਜ਼ਾਂ ਨੇ ਜਿਹਦੇ ਵਿੱਚ ਹੁਣ ਅੱਗੇ ਸਭ ਦੇ ਸਾਹਮਣੇ ਜਿਹੜਾ ਹੈ ਉਹ ਜਿਹੜੀ ਚੀਜ਼ਾਂ ਹੈ ਉਹ ਸਾਰੀ ਕਲੀਅਰ ਹੋ ਜਾਣਗੀਆਂ। ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਵਿਜੀਲੈਂਸ ਜਿਹੜੀ ਹੈ ਉਹ ਲਗਾਤਾਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਕਈ ਚੀਜ਼ਾਂ ਇਹਦੇ ਵਿੱਚ ਕਈ ਜਿਹੜੇ ਪ੍ਰੂਫਸ ਨੇ ਉਹ ਸਾਡੇ ਕੋਲ ਨੇ, ਕਈ ਇਸ ਤਰ੍ਹਾਂ ਦੇ ਡਾਕੂਮੈਂਟਰੀ ਪ੍ਰੂਫਸ ਨੇ ਜਾਂ ਫਿਰ ਹੋਰ ਜਿਹੜੇ ਲੋਕ ਸਾਹਮਣੇ ਆ ਰਹੇ ਆ ਉਹਦੇ ਵਿੱਚ ਕਈ ਇਸ ਤਰ੍ਹਾਂ ਦੇ ਜਿਹੜੀ ਹੈਗੀ ਚੀਜ਼ਾਂ ਸਾਹਮਣੇ ਆਈ ਜਿਹਦੇ ਕਰਕੇ ਹੋਰ ਵੀ ਲੋਕਾਂ ਦੀ ਇਹਦੇ ਵਿੱਚ ਗ੍ਰਿਫਤਾਰੀ ਹੈ ਉਹ ਹੋਣ ਵਾਲੀ ਹੈ। ਕਈ ਵੱਡੇ ਮਗਰਮੱਛ, ਕਈ ਵੱਡੇ ਅਫਸਰ ਇਹਦੇ ਵਿੱਚ ਜਿਹੜੇ ਹੈਗੇ ਉਹ ਸਾਹਮਣੇ ਆ ਰਹੇ ਜਿਨ੍ਹਾਂ ਨੂੰ ਤਲਬ ਕੀਤਾ ਹੈ ਤੇ ਜਲਦੀ ਉਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਜਾਏਗੀ। ਮੋਹਾਲੀ ਤੋਂ ਕੈਮਰਾਮੈਨ ਰਜਿੰਦਰ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਸੋ ਵਿਜੀਲੈਂਸ ने रिमांड हासिल कर लिया पर दलजीत गिलजियां कह रहे हैं कि यह पॉलिटिकल वेंडेटा और छेती ही सब कुछ सारा दे सामने आ जाएगा। 4 दिनों का रिमांड हालांकि होर पुलिस को मिल चुका है। सो दलजीत गिलजिया सीधे तौर पर कहते नजर आ रहे हैं पॉलिटिकल वेंडेटा यानी सियासी बदलाखोरी की भावना के तहत उन्होंने खिलाफ एक कार्रवाई जी हैगी की जा रही है। जो भी तथ्य है आने वाले दिनों के सामने आएगा, सारे के सामने आएगा। ਜਿਹੜੇ ਐਡਵੋਕੇਟਸ ਨਹੀਂ ਰੰਗੀ ਜੀ ਉਹ ਸਾਡੇ ਨਾਲ ਨੇ। ਸਰ ਅੱਜ ਦੁਬਾਰਾ ਤੋਂ ਪੇਸ਼ ਕੀਤਾ ਗਿਆ, ਹਫਤੇ ਦਾ ਰਿਮਾਂਡ ਮੰਗਿਆ ਸੀਗਾ, ਹੋਰ ਕੀ ਚੀਜ਼ਾਂ ਜਿਹੜੀ ਅੱਜ ਕੋਰਟ 'ਚ ਹੋਈ? ਦੇਖੋ ਜਿਹੜਾ ਵਿਜੀਲੈਂਸ ਵੱਲੋਂ ਔਰਲ ਐਵੀਡੈਂਸ ਤੇ ਸਾਰੀ ਗੱਲ ਹੋ ਰਹੀ ਹੈ, ਉਹਨਾਂ ਵੱਲੋਂ ਜੋ ਪਹਿਲੇ ਦਿਨ ਜਿਹੜੇ ਐਲੀਗੇਸ਼ਨ ਲਾਏ ਸੀ ਜਾਂ ਜਿਨ੍ਹਾਂ ਦੇ ਬਾਰੇ ਰਿਕਵਰੀ ਕਰਨ ਦੀ ਗੱਲ ਕਹੀ ਸੀ ਉਹ ਰਿਕਵਰ ਆਲਰੇਡੀ ਰਿਕਵਰਡ ਹੈ ਸਾਰਾ ਕੁਝ। ਜਿਹੜੀ ਕਾਰ ਸਟicker ਦੇ ਬੇਸ ਸੀ ਉਹਦੇ ਬਾਰੇ ਅਸੀਂ ਦੱਸਿਆ ਵੀ ਉਹ ਸਟicker ਜਿਹੜਾ ਸੀ ਉਹ ਚੰਡੀਗੜ੍ਹ ਪੁਲਿਸ ਉਹਦੇ ਤੇ ਚਲਾਨ ਕਰ ਸਕਦੀ ਸੀ, ਉਹੀ ਕਾਰਵਾਈ ਬਣਦੀ ਸੀ, ਹੋਰ ਉਹਦੇ ਵਿੱਚ ਕੁਝ ਨਹੀਂ। ਉਹਨਾਂ ਦੀਆਂ ਜਿਹੜੀਆਂ ਕੋਈ ਚੈੱਕ ਬੁੱਕਸ ਦੀ ਗੱਲ ਹੋਈ ਸੀ ਉਹ ਚੈੱਕ ਬੁੱਕਸ ਬਾਰੇ ਵੀ ਅਸੀਂ ਆਹੀ ਦੱਸਿਆ ਸੀਗਾ ਵੀ ਉਹ ਫਾਈਨੈਂਸ਼ੀਅਲ ਏਜੰਟ ਸੀ ਜਦੋਂ ਡਿਊਰਿੰਗ ਦੀ ਇਲੈਕਸ਼ਨ ਟਾਈਮ ਸੰਗਤ ਸਿੰਘ ਗਿਲਜੀਆਂ ਦੇ। ਤੇ ਅੱਜ ਵੀ ਕੋਈ ਮਤਲਬ ਵਿਜੀਲੈਂਸ ਵੱਲੋਂ ਕੋਈ ਖਾਸ ਪੁਖਤਾ ਗੱਲ ਨਹੀਂ ਕੋਰਟ ਦੇ ਵਿੱਚ ਰੱਖੀ ਗਈ। ਸਿਰਫ ਇਹ ਕਿ ਸਾਡੇ ਆਫੀਸਰ ਸਾਹਿਬਾਨ ਕੋਆਪਰੇਟ ਨਹੀਂ ਕਰ ਰਹੇ ਵੀ ਅਸੀਂ ਉਹਨਾਂ ਨੂੰ ਬੁਲਾਉਣਾ, ਇਸ ਕਰਕੇ ਸਾਨੂੰ ਇਨਵੈਸਟੀਗੇਟ ਕਰਨ ਵਾਸਤੇ ਜਿਹੜਾ 7 ਦਿਨ ਦਾ ਰਿਮਾਂਡ ਦਿੱਤਾ ਜਾਵੇ। ਕੋਰਟ ਨੇ 4 ਦਿਨ ਦਾ ਰਿਮਾਂਡ ਦਿੱਤਾ ਹੈ ਪਰ ਐਕਚੁਅਲੀ ਜੋ ਆਪਾਂ ਐਵੀਡੈਂਸ ਦੀ ਗੱਲ ਕਰੀਏ ਐਵੀਡੈਂਸ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਸਬੂਤ ਜਿਹੜੇ ਡਾਇਰੈਕਟ ਲਿੰਕ ਦੇ ਵਿੱਚ ਹੋਣ ਅਜਿਹਾ ਕੁਝ ਨਹੀਂ। ਰੰਗੀ ਸਾਹਿਬ ਇੱਕ ਹੋਰ ਬੰਦੇ ਨੂੰ ਅਰੈਸਟ ਕੀਤਾ ਹੈ ਬਿੰਦਰ ਸਿੰਘ ਨਾਂ ਦੇ, ਉਹ ਕਹਿੰਦੇ ਸੀ ਇਹਨਾਂ ਦਾ ਮੀਡੀਏਟਰ ਸੀਗਾ, ਜਿਹੜੇ ਵੀ 2800 ਚ 800 ਰੁਪਏ ਦੀ ਜਿਹੜੀ ਰਿਸ਼ਵਤ ਹੁੰਦੀ ਸੀ ਉਹ ਲਾ ਕੇ ਇਹਨਾਂ ਨੂੰ ਕਿਹਾ ਜਾਂਦਾ ਸੀ। ਦੇਖੋ FIR ਦੇ ਵਿੱਚ ਤੁਸੀਂ ਸਾਰਾ ਦੇਖਿਆ ਹੀ ਹੈ, FIR ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਐਲੀਗੇਸ਼ਨ ਜਿਹੜਾ ਹੈ ਉਹ ਮਤਲਬ ਐਡਵੋਕੇਟ ਦਲਜੀਤ ਸਿੰਘ ਦੇ ਉੱਤੇ ਨਹੀਂ
ਉਹ ਕੀਤਾ। ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਕੋਈ ਡਾਇਰੀ ਹੈ ਉਹਦੇ ਵਿੱਚ ਕੋਈ ਡਿਸਕਲੋਜ਼ਰ ਨਹੀਂ ਆਇਆ। ਹੁਣ ਤੱਕ ਦੇ ਜਿੰਨੇ ਅਕਿਊਜ਼ਡ ਰਿਮਾਂਡ ਤੇ ਰਹਿ ਲਏ ਉਹਨਾਂ ਦਾ ਕਿਸੇ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਜ਼ਿਕਰ ਕਿਤੇ ਨਹੀਂ ਆਇਆ। ਇਹ ਤਾਂ ਸਿਰਫ ਕਨੈਕਟੀਵਿਟੀ ਹੈ ਜੋ ਵਿਜੀਲੈਂਸ ਦੇ ਹੱਥ ਹੈ, ਵਿਜੀਲੈਂਸ ਜੋ ਜਿਹਨੂੰ ਮਰਜ਼ੀ ਜਿਵੇਂ ਮਰਜ਼ੀ ਇੰਪਲੀਕੇਟ ਕਰ ਸਕਦੇ। ਠੀਕ ਹੈ, ਤਾਂ ਬਿਲਕੁਲ ਜਿੱਦਾਂ ਸਰ ਨੇ ਕਿਹਾ ਕਿ ਕਈ ਚੀਜ਼ਾਂ ਜਿਹੜੀਆਂ ਹਾਲਾਂਕਿ 4 ਦਿਨ ਦਾ ਜਿਹੜਾ ਰਿਮਾਂਡ ਵਧਿਆ ਗਿਆ, ਹਾਲਾਂਕਿ ਕੋਈ ਪੁਖਤਾ ਜਿਹੜੇ ਪ੍ਰੂਫ ਨੇ ਉਹ ਵਿਜੀਲੈਂਸ ਕੋਲ ਨਹੀਂ ਹੈ। ਇਹ ਜਿਹੜੇ ਦਲਜੀਤ ਗਿਲਜੀਆ ਦੇ ਜਿਹੜੇ ਐਡਵੋਕੇਟ ਨੇ ਉਹ ਦੱਸ ਰਹੇ ਨੇ। ਹਾਲਾਂਕਿ ਵਿਜੀਲੈਂਸ ਦੂਜੇ ਪਾਸੇ ਕਹਿੰਦੀ ਨਜ਼ਰ ਆ ਰਹੀ ਹੈ ਕਿ ਕਈ ਇਸ ਤਰ੍ਹਾਂ ਦੇ ਪ੍ਰੂਫਸ ਨੇ, ਕਈ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਅਰੈਸਟ ਹੋਏ ਨੇ ਜਿਹਦੇ ਵਿੱਚ ਦਲਜੀਤ ਗਿਲਜੀਆ ਦੀ ਡਾਇਰੈਕਟ ਇਨਵੋਲਵਮੈਂਟ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਕਿ ਜਿਹੜੀ ਵੀ ਰਿਸ਼ਵਤ ਲਿੱਤੀ, ਜਿਹੜੀ ਵੀ ਕਮਿਸ਼ਨ ਜਿਹੜੀ ਹੋਈ ਹੈ। ਹਾਲਾਂਕਿ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। 4 ਦਿਨ ਦਾ ਜਿਹੜਾ ਰਿਮਾਂਡ ਲਿੱਤਾ ਗਿਆ ਉਹਦੇ ਵਿੱਚ ਹੋਰ ਵੀ ਪੁੱਛ ਕੇ ਜਿਹੜੇ ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ। ਮੋਹਾਲੀ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਸੋ ਦਲਜੀਤ ਸਿੰਘ ਗਿਲਜੀਆ ਨੂੰ ਮੁੜ ਰਿਮਾਂਡ ਤੇ ਲਿਆ ਵਿਜੀਲੈਂਸ ਨੇ। 4 ਦਿਨਾਂ ਦਾ ਰਿਮਾਂਡ ਜਿਹੜਾ ਹੈਗਾ ਉਹ ਹਾਸਲ ਕੀਤਾ ਗਿਆ। ਹਾਲਾਂਕਿ ਦਲਜੀਤ ਗਿਲਜੀਆ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੋਲੀਟੀਕਲ ਵੈਂਡੇਟਾ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਕੀਤਾ ਗਿਆ। ਉਧਰ ਮੁੜ ਰਿਮਾਂਡ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਰਿਮਾਂਡ ਇੱਕ ਵਾਰ ਫੇਰ ਮਿਲਿਆ। ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ 4 ਦਿਨਾਂ ਦਾ ਰਿਮਾਂਡ ਹਾਸਿਲ ਹੋਇਆ ਹੈ। 2 ਵਜੇ ਦੀ ਦੂਜੀ ਬਿਗ ਬ੍ਰੇਕਿੰਗ ਨਿਊਜ਼, ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਰਿਮਾਂਡ। ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ 4 ਦਿਨਾਂ ਦਾ ਰਿਮਾਂਡ ਮਿਲਿਆ ਜੱਗੂ ਭਗਵਾਨਪੁਰੀਆ ਦਾ। ਬਾਬਾ ਬਕਾਲਾ ਦੀ ਕੋਰਟ ਨੇ ਰਿਮਾਂਡ ਤੇ ਭੇਜ ਦਿੱਤਾ ਜੱਗੂ ਭਗਵਾਨਪੁਰੀਆ ਨੂੰ। 2 ਵਜੇ ਦੀ ਦੂਜੀ ਬਿਗ ਬ੍ਰੇਕਿੰਗ ਤੁਹਾਨੂੰ ਦੱਸ ਰਹੇ ਹਾਂ। 2017 ਦੇ ਇੱਕ ਮਾਮਲੇ ਦੇ ਵਿੱਚ ਪੁੱਛਗਿੱਛ ਹੋ ਰਹੀ ਹੈ। ਗੈਂਗਸਟਰ ਸ਼ੁਭਮ ਨੂੰ ਪੁਲਿਸ ਹਿਰਾਸਤ ਤੋਂ ਭਜਾਉਣ ਦਾ ਇਹ ਮਾਮਲਾ ਹੈ ਤੇ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਸ਼ੁਭਮ ਨੂੰ ਲੈ ਕੇ ਭੱਜੇ ਸੀ। ਜੱਗੂ ਦੇ ਇਸ਼ਾਰੇ ਤੇ ਸਾਰਜ ਮਿੰਟੂ ਜਿਹੜਾ ਸੀਗਾ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਜੱਗੂ ਤੇ ਬਿਆਸ ਥਾਣੇ ਦੇ ਵਿੱਚ ਇਹ ਕੇਸ ਦਰਜ ਹੈ। ਸਾਡੇ ਸਹਿਯੋਗੀ ਰਾਜੀਵ ਸ਼ਰਮਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ। ਰਾਜੀਵ, 4 ਦਿਨਾਂ ਦਾ ਰਿਮਾਂਡ ਜਿਹੜਾ ਹੈਗਾ ਜੱਗੂ ਭਗਵਾਨਪੁਰੀਆ ਦਾ ਮਿਲ ਗਿਆ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੂੰ। ਜੀ ਹਾਂ, ਬਿਲਕੁਲ ਗਗਨ। ਪਹਿਲਾਂ 6 ਦਿਨ ਦਾ ਰਿਮਾਂਡ ਜੋ ਹੈ ਪੁਲਿਸ ਨੇ ਹਾਸਲ ਕੀਤਾ ਸੀ। ਤਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧੀਨ ਜੋ ਥਾਣਾ ਬਿਆਸ ਹੈ ਉਸ ਥਾਣੇ ਦੇ ਵਿੱਚ ਇਸ ਦੇ ਖਿਲਾਫ ਜਿਹੜੀ ਹੈ ਉਹ FIR ਦੇ ਵਿੱਚ ਨਾਮ ਸੀ ਜੱਗੂ ਭਗਵਾਨਪੁਰੀਏ ਦਾ। ਔਰ ਉਸ ਨੂੰ ਜਦੋਂ ਮਾਨਸਾ ਦੀ ਅਦਾਲਤ ਦੇ ਵਿੱਚ ਲਿਆਂਦਾ ਗਿਆ ਤਾਂ ਉੱਥੋਂ ਅੰਮ੍ਰਿਤਸਰ ਦੀ ਜਿਹੜੀ ਦਿਹਾਤੀ ਪੁਲਿਸ ਹੈ ਉਹ ਉਸ ਨੂੰ ਪ੍ਰੋਡਕਸ਼ਨ ਮਾਫ ਕਰਨਾ ਜਿਹੜਾ ਟ੍ਰਾਂਜ਼ਿਟ ਰਿਮਾਂਡ ਤੇ 1 ਦਿਨ ਦਾ ਜਿਹੜਾ ਪੁਲਿਸ ਵੱਲੋਂ ਨੂੰ ਮਿਲਿਆ ਸੀ। ਉਸ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਪਹਿਲਾਂ ਪੁਲਿਸ ਨੇ 6 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਜੋ ਕਿ ਅੱਜ ਖਤਮ ਹੋਣ ਜਾ ਰਿਹਾ ਸੀ। ਔਰ ਅੱਜ ਪੁਲਿਸ ਜੋ ਹੈ ਫਿਰ ਬਾਬਾ ਬਕਾਲਾ ਦੇ ਵਿੱਚ ਉਸ ਨੂੰ ਲੈ ਕੇ ਪਹੁੰਚੀ, ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ 4 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਹੁਣ ਪੁਲਿਸ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਈ ਹੈ। ਔਰ ਪੁੱਛਗਿੱਛ ਕੀਤੀ ਜਾਏਗੀ ਔਰ ਉਸ ਵੇਲੇ ਮਾਮਲੇ ਦੇ ਵਿੱਚ ਜਿਹੜੇ ਹਥਿਆਰ ਜਾਂ ਵਰਤੇ ਗਏ ਜਾਂ ਉਹ ਹਥਿਆਰ ਕਿੱਥੋਂ ਆਏ, ਤਾਂ ਬਹੁਤ ਸਾਰੇ ਪਹਿਲੂ ਨੇ ਜਿਨ੍ਹਾਂ ਦੇ ਉੱਪਰ ਪੁਲਿਸ ਦਾ ਇਹ ਪੱਖ ਸੀ ਅਦਾਲਤ ਦੇ ਵਿੱਚ ਕਿ ਅਸੀਂ ਉਹਨਾਂ ਪਹਿਲੂਆਂ ਤੇ ਵੀ ਜਾਂਚ ਕਰਨਾ ਚਾਹੁੰਦੇ, ਜਿਸ ਤੋਂ ਬਾਅਦ ਅਦਾਲਤ ਵੱਲੋਂ 4 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਹੈ ਉਹ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਪੁਲਿਸ ਨੇ ਹਾਸਲ ਕਰਨ ਦੇ ਵਿੱਚ ਕਾਮਯਾਬੀ ਜਿਹੜੀ ਹੈ ਉਹ ਹਾਸਲ ਕੀਤੀ ਹੈ। ਜੀ ਕਦਮ बहुत बहुत शुक्रिया राजीव इस तमाम जानकारी के लिए। राजीव शर्मा मेरे सहयोगी जानकारी दे रहे सन इस पूरे मामले के बारे। 4 दिनों का रिमांड जिहड़ा है जग्गू भगवानपुरी का अमृतसर की देहाती पुलिस को हासिल होया है। उधर 2 बजे की पहली बिग ब्रेकिंग हरियाणा के कुरुक्षेत्र तो जिथे भयानक हादसा वापरिया। चलदी स्कूल बस चों 5 साल बच्ची डिग गई तो इस हादसे के बच्ची गंभीर तौर पर जख्मी हुई है। कुरुक्षेत्र के हादसा वापरिया। चलदी स्कूल बस तो 5 साल बच्ची के डिगण का मामला सामने आया तो बच्ची जी है गंभीर तौर पर जोड़ा है जख्मी हो गई। CCTV फुटेज इस पूरे हादसे की सामने आई है तो परिवार का बस ड्राइवर से लापरवाही का इल्जाम है। तस्वीर तुम देख रहे हो CCTV फुटेज बस चों बच्ची जिहड़ी हैगी वो डिग जाती है। परिवार जिहड़ा सीधे तौर पर इल्जामदार है। तस्वीरां तुहानूं दिखा रहे हैं असीं। तस्वीरां विच तुहानूं फिलहाल जो नज़र आ रहा है वो नज़र आ रहा है कि बस रुकती है तो अटेंडेंट जिहड़ी हैगी उतर के भज के जाती है, डिग्गी हुई बच्ची नूं चुक्कण दी कोशिश करती है। पर हकीकत यह है कि बच्ची जिहड़ी हैगी वो पहलां डिग्गी है। बस चों बच्ची डिग जाती है। उस तो बाद जदों ये रौला पैंदा है कि बच्ची डिग्गी तो ड्राइवर जिहड़ा हैगा ब्रेक लांदा है। ब्रेक लाने तो बाद जिहड़ी अटेंडेंट हैगी वो भज के जाती है बच्ची नूं चुक्कण दे लई।
ਚਲਦੀ ਸਕੂਲ ਬੱਸ ਚੋਂ ਬੱਚੀ ਡਿੱਗੀ ਹੈ। 5 ਸਾਲਾਂ ਬੱਚੀ ਹੈਗੀ ਹੈ ਜਿਹੜੀ ਗੰਭੀਰ ਤੌਰ ਤੇ ਜ਼ਖਮੀ ਦੱਸੀ ਜਾ ਰਹੀ ਹੈ ਕਿਉਂਕਿ ਚਲਦੀ ਸਕੂਲ ਬੱਸ ਚੋਂ ਡਿੱਗੀ ਸੀਗੀ ਇਹ। ਸਾਡੇ सहयोगी अशोक यादव साडे नाल फोन लाइन से जुड़ रहे हैं। अशोक, तस्वीरें हम देख पा रहे हैं, तस्वीरें हालांकि कुछ अलग तरीके से सामने आ रही है, लेकिन असल में मामला क्या है? किस स्कूल की ये बस थी, कहां ये हादसा हुआ है और बच्ची की हालत फिलहाल कैसी है? जी, बच्ची की हालत की बात की जाए तो बच्ची इस समय हॉस्पिटल में एडमिट है, एक प्राइवेट हॉस्पिटल है और वहां पर ये बच्ची इसमें एडमिट है। और कुरुक्षेत्र का जाना माना एक प्राइवेट हॉस्पिटल है जिसे काफी कुरुक्षेत्र का फेमस स्कूल है, सॉरी माफ कीजिएगा, स्कूल है। और कुरुक्षेत्र का जो फेमस स्कूल है, अभी तक स्कूल के जो तमाम अधिकारी हैं या कर्मचारी है, पर बात की जाए स्कूल के प्रिंसिपल स्टाफ, वो अभी तक बच्ची से मिलने नहीं आए हैं। परिजनों का साफ आरोप है क्योंकि उनकी बच्ची को जो हॉस्पिटल में एडमिट है उसके कूल्हे पे चोट आई है, बाजू में चोट है। और कहीं ना कहीं जिस तरह से सीसीटीवी जब परिजनों के पास दिए गए, परिजनों ने साफ दिखाया सीसीटीवी में कि किस तरह से इतनी बड़ी लापरवाही सामने आ रही है। पराठे से दौड़ती हुई बस आती है, उसके अंदर से पहले उनकी बच्ची गिरती है, फिर उसके बाद बच्ची को बचाने के चक्कर में जो केयर टेकर है वो निकल उतरता है, वो भी लेडी महिला है, वो कितनी तेजी से गिरते हैं। कहीं ना कहीं स्कूल प्रशासन की जो लापरवाही है, बस की लापरवाही, ड्राइवर की लापरवाही साफ देखी जा सकती है। और अब जब ये सीसीटीवी दिया गया तो उसके बाद पुलिस प्रशासन हरकत में आया। पुलिस प्रशासन हॉस्पिटल में बच्ची के पास गया और फिर पुलिस प्रशासन कह रहा है कि इसके बाद मामला दर्ज किया जाएगा और कार्रवाई की जाएगी कि किस तरह से इतनी बड़ी लापरवाही क्यों हुई और चूक किसकी रही। अशोक, सवाल बहुत सीधा सा है, ये नियम जो हैं, उससे पहले हम आपसे बात करेंगे लेकिन पहले तस्वीरें दिखाते हैं। बच्ची कैसे गिरी पहले ये हम अपने दर्शकों को दिखाते हैं। एक बार फिर से ये तस्वीरें हम दिखाएंगे किस तरीके से यह हादसा हुआ। पहले बच्ची गिरती है और फिर ये तस्वीरें विचलित करने वाली हैं। हम अपने दर्शकों को पहले ही बता दें, ये तस्वीरें आपको विचलित कर सकती हैं, लेकिन इस तरीके से हादसा हुआ है। छोटी बच्ची, 5 साल की बच्ची गिर जाती है बस में से, चलती बस में से। पहला सवाल, बच्ची चलती बस में गेट तक कैसे पहुंची? अशोक लगातार मेरे साथ मौजूद है, मेरे सहयोगी तस्वीरें हम यस दिखा रहे हैं। अशोक, बड़ा सीधा सवाल, सीधा जा सवाल, गेट 'च खड़ी हुई बच्ची जिहड़ी हैगी है, चलदी बस चो बच्ची डिगदी है। पहला सवाल बहुत सीधा है कि बच्ची नूं गेट विच खड़ा क्यों किया गया। दूजा सवाल, बस ड्राइवर दा ध्यान कित्थे सी। तीजा सवाल, केयर टेकर भी डिगदी है, यानी किते ना किते पूरे तरीके लापरवाही जिहड़ी हैगी इस पूरे मामले विच नजर आ रही है। बस ड्राइवर दी, बस दी जिहड़ी जिसनूं कहा जावे केयर टेकर सीगी उसदी। 5 साला बच्ची नूं तुसीं गेट विच खड़े होण दी इजाजत किवें दे सकदे हो? और जेकर तुसीं ओनू फड़ के खड़े सी फिर वो डिगदी किवें? की बस ओवर स्पीड सीगी, की बस ओवर क्राउडेड सीगी और बच्ची की इस स्टॉपेज से उतरन वाली सीगी? सवाल ये भी है जिथे बस जाके रुकदी है और जिथे बच्ची डिगदी है कि उस स्टॉपेज से बच्ची ने उतरना सी कि उसने उतारन दे लई पहला ही लाके उत्थे खड़ा कर लिया गया सीगा। सवाल इस गल नूं लेके भी है। अशोक मेरे से भी लगातार साडे नाल मौजूद ने। अशोक, तस्वीरें बड़े क्लियर तौर पर सामने आ रही है, क्लियर तस्वीरें हैं और साफ तौर पर नजर आ रहा है कि बच्ची पहले गिरी, किस तरीके से बच्ची गिरी और उसके बाद केयरटेकर उसको गिरने के बाद अचानक से केयरटेकर उतरती है और उतरते वक्त वो खुद भी गिर गई। हालांकि उसके बाद जाकर उसने बच्ची को उठाया, बच्ची को उठाकर वो साइड में लेकर के गई, लेकिन साफ तौर पर नजर आ रहा है कि लापरवाही पहली बात है इसमें जो नजर आ रही है पूरी तस्वीर में। छोटी सी बच्ची को चलती बस के खुले दरवाजे में खड़ा किस लिए किया गया? अशोक जी, कहीं ना कहीं लापरवाही स्कूल प्रशासन की है कि आखिरकार दरवाजे के पास खड़ा किसने किया गया, नंबर 1। नंबर 2 कि इतनी तेजी से बस को चलाने का किसने इसको ड्राइवर को अधिकार दिया है? क्योंकि जब बस दौड़ती है तो फर्राटा भर के दौड़ती है और इतनी तेजी से बस दौड़ी, आखिरकार जब बच्ची गिरती है उसके तुरंत बाद केयर टेकर उसे बचाने के लिए कूदती है और वो भी इतनी तेजी से गिरती है, उसके बावजूद भी बस रुकती नहीं है। और कहीं ना कहीं यही आरोप जो परिजन है वो आरोप लगा रहे हैं कि जब उनकी बेटी गिरती है कि भगवान की गनीमत रही कि जो बस का पहिया उसके ऊपर नहीं चढ़ा, वरना तो जान भी जा सकती थी छोटी सी बच्ची की जो पहली कक्षा में पढ़ती है। कुरुक्षेत्र का जो जाना माना स्कूल है अभी तक मीडिया के सामने नहीं आ रहा है और कहीं ना कहीं जब पुलिस प्रशासन को मीडिया ने बताया कि इस तरह से छोटी सी बच्ची के साथ एक हादसा हो जाता है जिसका सीसीटीवी में क्लियर दिखाई दे रहा है, तो पुलिस उसके बाद हॉस्पिटल में पहुंचती है, बच्चे के बयान कलमबंद किए जाते हैं और कहा जाता है कि पुलिस इस पर जरूर कार्रवाई करेगी।
क्या पुलिस ने कहीं ना कहीं पुलिस पर भी एक सवाल निशान खड़ा हो रहा है कि पुलिस प्रशासन को जब सीसीटीवी दे दिया गया और स्कूल के तमाम अधिकारियों को, प्रिंसिपल्स के तमाम जो डायरेक्टर हैं उनको ये सीसीटीवी दिया गया, तो आखिरकार अभी तक कार्रवाई क्यों नहीं की? कहीं ना कहीं पुलिस प्रशासन और जो स्कूल प्रशासन है लीपापोती पर लगा हुआ है, अपने स्टाफ को बचाने में लगा हुआ है, मगर जिस तरह से पहली कक्षा में पढ़ने वाली बच्ची आज हॉस्पिटल में है, उसकी बाजू में चोट है और उसकी टांगों पे चोट है जो कूल्हे के पास है, आज वो हॉस्पिटल में एडमिट है वो बच्ची। बिल्कुल बिल्कुल अस्पताल में दाखिल है बच्ची और उसकी हालत जो है अभी चोट उसे लगी हुई है। अशोक, सवाल यहां एक और है, अक्सर ऐसा होता है, आज की तारीख में हम कई जगह देख पा रहे हैं कि प्राइवेट स्कूल अब अपना ट्रांसपोर्टेशन नहीं रखते, वो ट्रांसपोर्टेशन कॉन्ट्रैक्ट बेस पर रखते हैं। किसी ट्रांसपोर्टर से सीधा कॉन्ट्रैक्ट किया और फिर वो ट्रांसपोर्टर उस स्कूल के लिए बसेस प्रोवाइड कर देता है। क्या ये बस स्कूल की बस थी, निजी बस थी, या किसी निजी ट्रांसपोर्टर की सेवाएं स्कूल के द्वारा ली जा रही थी? जी, आपको मैं बताना चाहूंगा कि कुरुक्षेत्र का जाना माना स्कूल है और स्कूल की ही बस है, कोई निजी ट्रांसपोर्टर नहीं हायर किया हुआ है। स्कूल की पहले से ही ये बस है और कुरुक्षेत्र का काफी फेमस स्कूल है, उस स्कूल की ये बस है। और जिस तरह से ये मामला आया उसके बावजूद भी सीसीटीवी में साफ दिखाई दे रहा है कि एक बच्ची किस तरह से गिरती है। कहीं ना कहीं प्रशासन बार बार कह रहा है कि कार्रवाई करेंगे, मगर जिस तरह से पीड़ित माँ बाप हैं वो कह रहे हैं कि अभी तक तो उनकी बच्ची का हालचाल जानने के लिए स्कूल की तरफ से कोई नहीं आया। इवन स्कूल के जो प्रिंसिपल हैं वो तक नहीं है, जो डायरेक्टर हैं स्कूल के वो भी नहीं आए। कहीं ना कहीं लापरवाही है, यही लापरवाही जो सीसीटीवी में साफ दिखाई दे रही है, यही कारण है कि स्कूल के प्रशासन के तमाम लोग उनकी बच्ची का हालचाल जानने नहीं आए और बच्ची आज कुरुक्षेत्र के जाने माने हॉस्पिटल में उपचाराधीन है, उसका इलाज चल रहा है। और कहीं ना कहीं जो परिजन है वो पुलिस प्रशासन के साथ साथ जो स्कूल का स्टाफ है उन पर भी आरोप लगा रहे हैं कि उनकी बच्ची को आखिरकार ड्राइवर इतनी तेजी से फर्राटे से बस को क्यों दौड़ाया, क्योंकि बच्ची के साथ साथ बाजू में चोट है, पैर में चोट है, उसके कूल्हे पर भी चोट है और बच्ची अभी फिलहाल हॉस्पिटल में उपचाराधीन है। बहुत बहुत शुक्रिया अशोक इस तमाम जानकारी के लिए। अशोक यादव मेरे सहयोगी कुरुक्षेत्र तो जानकारी दे रहे सन किस तरीके हादसा वापरा और उससे हद यह है कि हुण तक स्कूल प्रशासन, स्कूल के प्रिंसीपल, मैनेजमेंट कोई भी इस जख्मी बच्ची का हाल चाल जानने नहीं पहुंचा है। फिलहाल इस बुलेटिन में इतना ही, इजाजत दो, धन्यवाद।